ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅੱਜ ਇੱਕ ਅਜਿਹੇ ਵਿਸ਼ੇ ਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜਾ ਕਿ ਸਿੱਧਾ ਦਰਸ਼ਕਾਂ ਦੇ ਨਾਲ ਜੁੜਿਆ ਹੋਇਆ। ਦਰਸ਼ਕ ਅਕਸਰ ਸ਼ਿਕਾਇਤ ਕਰਦੇ ਨੇ ਕਿ ਜਦੋਂ ਵੀ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਅਸੀਂ ਗੱਲਬਾਤ ਕਰਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਇਲਾਜ ਕਰਵਾਉਣ ਲਈ ਉਹਨਾਂ ਨੂੰ ਸੰਪਰਕ ਕਰਦੇ ਹਾਂ ਤੇ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਪਾਉਂਦੀ। ਉਹ फ़ोन नहीं चकते, जे फ़ोन चकते ने तो अगे लम्मा समा उन्होंने समा नहीं मिल पाता तो जोड़े संतुष्ट नहीं हो पाते। इस तरह की जी गल क्यों आ गई, आखिर कित्थे कमी है? डॉक्टर साहब तुहाडे रूबरू ने आपां इन्हां तों तुहाडे सामने पुछदे। डॉक्टर साहब तुहाडा न्यूज़ एशिया पंजाबी दे बहुत बहुत स्वागत जी। न्यूज़ एशिया की सारी टीम और सारे दर्शकों को मेरे वालों प्यार भरी सत श्री अकाल। डॉक्टर साहब दर्शक बहुत नाराज़ ने, तुहाडे मरीज़ भी दर्शक भी बहुत नाराज़ ने कि तुसीं फ़ोन नहीं चकते। कारण दसोगे जरा, तुसीं जनता की कचहरी चों सब तो पहला तो मैं सारे दर्शकों का, सारे ਸਰੋਤਿਆਂ का तह दिलों धन्नवाद भी करूँगा। अज तो 6 साल पहला असी जदों इनू लोगों तक इस अपनी जिन्नी भी नैचुरल हैल्थ साइंसिस ने इनू असी कैंप के रूप दे विच, सैमीनार के रूप च लोगों तक लैके जाते सी, तो असी एक चीज़ नूं ऑबजर्व किया सी कि लोग, क्योंकि पहला सानूं ये लगता सी कि लोग नैचुरल तरीके नाल ठीक ही नहीं होना चाहते, ये सानूं लगता सी। लेकिन जो असीं लोगों तक पहुँचे तो सानूं लग्या कि लोग ठीक होना चाहते हैं, उन्होंने कोई प्लेटफॉर्म, कोई सोर्स नहीं मिलता। और दैन जदों हुण आपां मीडिया राहीं रूबरू होना शुरू होए, अपनियां गल्लां रखनियां शुरू कीतियां, न्यूज़ एशिया पंजाबी दे थ्रू गल्लां रखनियां शुरू कीतियां और कुलवंत जी दे इस एफर्ट दे थ्रू गल्लां रखनियां शुरू कीतियां असीं, ਤਾਂ ਉਦੋਂ ਇੰਨਾ ਵੱਡੇ ਲੈਵਲ 'ਤੇ ਇੱਕ ਹੜ੍ਹ ਦੀ ਤਰ੍ਹਾਂ ਜਿਹੜਾ ਪਿਆਰ ਸਾਨੂੰ ਮਿਲਿਆ, ਤਾਂ ਉਹਦੇ ਲਈ ਮੈਂ ਤਹਿ ਦਿਲੋਂ ਧੰਨਵਾਦ ਵੀ ਹਾਂ। ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਵੱਲੋਂ ਧੰਨਵਾਦ ਕਰਦਾ ਅਸੀਂ। ਔਰ ਅੱਛਾ, ਇਹਦੇ 'ਚ ਸਾਡੀ ਇੱਕ ਗਲਤਫਹਿਮੀ ਕਲੀਅਰ ਹੋ ਗਈ ਕਿ ਲੋਕ ਨੈਚੁਰਲ ਹੈਲਥ ਸਾਇੰਸ ਦੇ ਲਈ ਵਲੰਟੀਅਰ ਨੇ, ਨਾਲ ਆਉਣਾ ਚਾਹੁੰਦੇ ਨੇ, ਲੇਕਿਨ ਇੱਕ ਅੱਛਾ ਪਲੇਟਫਾਰਮ, ਅੱਛੀ ਇੱਕ ਸਟੇਜ, ਇੱਕ ਅੱਛੀ ਐਸੋਸੀਏਸ਼ਨ, ਅੱਛੀ ਮੈਨੇਜਮੈਂਟ, ਅੱਛੇ ਡਾਕਟਰਸ ਦੀ ਉਹਨਾਂ ਨੂੰ ਜ਼ਰੂਰਤ ਹੈ, ਜਿਨ੍ਹਾਂ 'ਤੇ ਵਿਸ਼ਵਾਸ ਕਰ ਸਕਣ, ਜਿਨ੍ਹਾਂ ਦੇ ਟ੍ਰੀਟਮੈਂਟ ਨਾਲ ਜੁੜ ਕੇ ਉਹ ਵਾਕਈ ਹੀ ਆਪਣਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਨੂੰ ਰੋਗਾਂ ਤੋਂ ਮੁਕਤੀ ਦਿਵਾ ਸਕਣ। ਸੋ ਇਹ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੀ ਕਿ ਕੁਲਵੰਤ ਜੀ ਨੇ ਇੱਕ ਕੰਪਲੇਂਟ ਦੇ ਰੂਪ ਦੇ ਵਿੱਚ ਅੱਗੇ ਰੱਖੀ ਹੈ ਦਰਸ਼ਕਾਂ ਵੱਲੋਂ ਕਿ ਮੋਬਾਈਲ ਨੰਬਰ ਨੇ ਜਿਹੜੇ ਕਹਿੰਦੇ फ़ोन ਅਟੈਂਡ ਨਹੀਂ ਕੀਤਾ ਜਾ ਰਿਹਾ, ਤਾਂ ਮੈਂ ਥੋੜ੍ਹਾ ਜਿਹਾ ਇਸ ਜਿਹੜੀ ਕਨਫਿਊਜ਼ਿੰਗ ਹੈ ਇਹਨੂੰ ਮੈਂ ਥੋੜ੍ਹਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ। ਐਕਚੁਅਲ ਦੇ ਵਿੱਚ ਹੁੰਦਾ ਕੀ ਹੈਗਾ ਕਿ 7 ਡੇਜ਼ ਦੇ ਵਿੱਚ ਮੰਡੇ ਟੂ ਫਰਾਈਡੇ 5 ਦਿਨ ਸਾਡੇ ਪੂਰੇ ਦੇ ਪੂਰੇ ਅਸੀਂ ਇਨਵੋਲਵ ਰਹਿੰਦੇ ਹਾਂ। ਸੈਚਰਡੇ ਜਿਹੜਾ ਹੈਗਾ ਉਹ ਕੁਲਵੰਤ ਜੀ ਦੇ ਨਾਲ ਹੁੰਦਾ ਵਾ, ਨਿਊਜ਼ ਏਸ਼ੀਆ ਪੰਜਾਬੀ ਦੇ ਨਾਲ ਹੁੰਦਾ ਵਾ, ਕਿਉਂਕਿ ਨਾਲ ਦੀ ਨਾਲ ਹੋਰ ਅਗਲੀ ਨੌਲੇਜ, ਅਗਲਾ ਗਿਆਨ, ਅਗਲੀਆਂ ਬਿਮਾਰੀਆਂ ਉੱਤੇ ਅਵੇਅਰਨੈਸ ਉਹ ਵੀ ਡਿਲੀਵਰ ਕਰਨੀ ਹੁੰਦੀ ਹੈ ਸੰਗਤ ਦੇ ਰੂਪ ਅੱਗੇ। ਇਹ 5 ਦਿਨ ਦੀ ਜਿਹੜੀ ਸਾਡੀ ਮੁਸ਼ੱਕਤ ਹੈ, ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ, ਪੂਰਾ ਦਾ ਪੂਰਾ ਸਟਾਫ, ਪੂਰੀ ਦੀ ਪੂਰੀ ਵੈਲਬੀਂਗ ਹੈਲਥ ਆਰਗੇਨਾਈਜੇਸ਼ਨ ਦੀ ਮੈਨੇਜਮੈਂਟ, ਵੈਲਬੀਂਗ ਇਲੈਕਟ੍ਰੋਮੋਪੈਥੀ ਹਸਪੀਟਲ ਦੀ ਮੈਨੇਜਮੈਂਟ ਜਿਹੜਾ ਕੰਮ ਕਰ ਰਹੀ ਹੈ, ਜਿਹੜੀ ਬੈਕਐਂਡ 'ਤੇ ਕੁਛ ਚਿਹਰੇ ਤੁਸੀਂ ਦੇਖ ਰਹੇ ਹੋ, ਜਿਹੜੇ ਦੇਖ ਰਹੇ ਹੋ ਇਹ ਬਹੁਤ ਥੋੜ੍ਹੇ ਨੇ, ਲੇਕਿਨ ਬੈਕਐਂਡ 'ਤੇ ਜਿੰਨੇ ਚਿਹਰੇ ਕੰਮ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਨੇ, ਐਫਰਟ ਲੱਗਾ ਹੋਇਆ। ਮੈਂ ਥੋੜ੍ਹਾ ਜਿਹਾ ਸ਼ੈਡਿਊਲ ਤੁਹਾਡੇ ਨਾਲ ਸ਼ੇਅਰ ਕਰੂੰਗਾ। ਟਿਊਜ਼ਡੇ ਔਰ ਫਰਾਈਡੇ ਇਹ 2 ਪੇਡ ਓਪਨ OPDs ਨੇ ਸਾਡੀਆਂ, ਜਿਹਦੇ ਵਿੱਚ ਇਸ ਦਿਨ ਕਿਸੇ ਦਾ ਵੀ ਮੋਬਾਈਲ ਅਟੈਂਡ ਕਰ ਪਾਉਣਾ ਕੁਲਵੰਤ ਜੀ, ਉਹ ਇੱਕ ਬਹੁਤ ਟਫ ਟਾਸਕ ਹੋ ਜਾਂਦਾ। ਰੀਜ਼ਨ ਹੈ ਕਿ ਪੇਸ਼ੈਂਟ ਕਰੀਬ 70 80 ਜਾਂ 100 ਤੱਕ 100+ ਹੋ ਰਹੇ ਨੇ, ਠੀਕ ਹੈ। ਔਰ ਜਦੋਂ ਇੱਕਦਮ ਪੇਸ਼ੈਂਟ ਆਉਂਦਾ ਹੈ ਸਾਡੇ ਕੋਲ, ਸਾਨੂੰ ਕੋਵਿਡ ਕਰਕੇ ਉਹਨੂੰ ਮੈਨੇਜ ਵੀ ਕਰਨਾ ਪੈਂਦਾ, ਠੀਕ ਹੈ। ਲੇਕਿਨ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਈਵਨ, ਲੇਕਿਨ ਜਦੋਂ ਕਰਾਊਡ ਵੱਧਦਾ ਹੈ ਤਾਂ ਕਰਾਊਡ ਅੱਗੇ ਤੁਹਾਨੂੰ ਥੋੜ੍ਹਾ ਜਿਹਾ ਇੱਕ ਐਨਰਜੀ ਔਰ ਟੇਕਿੰਗ ਪ੍ਰੋਸੈਸ ਹੋ ਜਾਂਦਾ ਉਹ ਤੁਹਾਡਾ, ਠੀਕ ਹੈ। ਸਟਾਫ ਉਹਨੂੰ ਵੀ ਮੈਨੇਜ ਕਰ ਰਿਹਾ ਹੁੰਦਾ, ਪਲੱਸ ਬਹੁਤ ਸਾਰੇ ਪੇਸ਼ੈਂਟ ਨਵੇਂ ਆਏ ਹੁੰਦੇ ਨੇ, ਠੀਕ ਹੈ, ਬਹੁਤ ਸਾਰੇ ਦੂਰੋਂ ਆਏ ਹੁੰਦੇ ਨੇ। ਤਾਂ ਮੈਂ ਇਹ ਚੀਜ਼ ਤਾਂ ਦੱਸ ਰਿਹਾ ਹੈਗਾ ਕਿ ਸੁਬਾਹ ਦੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਹ ਲਗਾ ਲਓ ਕਿ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰਾ ਮੋਬਾਈਲ ਕਿੱਥੇ ਪਿਆ। ਰੀਜ਼ਨ ਕਿਉਂਕਿ ਇਹ 2 ਦਿਨ ਜਿਹੜੇ ਨੇ, ਮੰਗਲਵਾਰ ਅਤੇ ਸ਼ੁੱਕਰਵਾਰ, ਇਹ ਫੁੱਲ OPD ਦੇ ਨੇ।
ਇਸ ਦਿਨ ਅਸੀਂ ਮੋਬਾਈਲ ਕਿਸੇ ਦੀ ਕਾਲ ਅਟੈਂਡ ਹੀ ਨਹੀਂ ਕਰ ਪਾਵਾਂਗੇ, ਚਾਹ ਕੇ ਵੀ ਨਹੀਂ ਕਰ ਫ੍ਰੀ ਵੀ ਹੁੰਦਾ ਕਿਸ ਤਰ੍ਹਾਂ ਮੰਗਲਵਾਰ ਤੇ ਜਿਹੜਾ ਸ਼ੁੱਕਰਵਾਰ ਨੂੰ ਜਿਹੜਾ ਪੇਡ ਮਿਲਦਾ ਜੀ। ਹਾਂ ਕਿਉਂਕਿ ਉਸ ਦਿਨ ਓਪਨ ਤਾਂ ਹੀ ਕਹਿ ਰਹੇ ਨਾ ਅਸੀਂ, ਓਪਨ ਓਪੀਡੀ ਦਾ ਮਤਲਬ ਹੀ ਹੈ ਕਿ ਉਸ ਦਿਨ ਜਿਹੜੀ ਕਿ ਮੈਂ ਕੋਈ ਫੀਸ ਚਾਰਜ ਅਸੀਂ ਨਹੀਂ ਕਰਦੇ ਹੈਗੇ, ਠੀਕ ਹੈ, ਉਹ ਫ੍ਰੀ ਹੁੰਦਾ ਤਾਂ ਜੋ ਹਰ ਇਨਸਾਨ ਇਸ ਨੈਚੁਰਲ ਹੈਲਥ ਸਾਇੰਸਿਸ ਦੇ ਟ੍ਰੀਟਮੈਂਟ ਨਾਲ ਜੁੜ ਸਕੇ। ਓਪਨ ਹੋਣ ਕਰਕੇ ਲੋਕ ਜ਼ਿਆਦਾ ਜਿਹੜੀ ਕਿ ਗਿਣਤੀ ਦੇ ਵਿੱਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਅਸੀਂ ਕੰਟਰੋਲ ਵੀ ਕਰ ਰਹੇ ਹਾਂ ਤਾਂ ਜੋ ਅਸੀਂ ਜੋ ਕਾਇਦੇ ਕਾਨੂੰਨ ਆ ਉਹਨਾਂ ਨੂੰ ਅਸੀਂ ਬਰਕਰਾਰ ਰੱਖੀਏ। ਲੇਕਿਨ ਮੈਂ ਇਹ ਚੀਜ਼ ਮੈਂ ਤਾਂ ਦੱਸ ਰਿਹਾ ਹੈਗਾ ਕਿ ਇਹ ਹਫਤੇ ਦੇ ਵਿੱਚ 5 ਦਿਨ 'ਚੋਂ 2 ਓਪਨ ਓਪੀਡੀ ਹੋ ਗਏ, ਠੀਕ ਹੈ, ਨਿਕਲ ਗਏ। ਅੱਛਾ ਹੁਣ ਹੁੰਦਾ ਕੀ ਹੈ ਕਿ ਜਿਹੜੇ ਲੇਕਿਨ ਮੰਗਲਵਾਰ ਤੇ ਸ਼ੁੱਕਰਵਾਰ ਵੀ ਕਾਲ ਆ ਰਹੀ ਹੁੰਦੀ ਹੈ, ਠੀਕ ਹੈ, ਮੇਰੇ ਮੋਬਾਈਲ 'ਤੇ ਵੀ ਆ ਰਹੀ ਹੈ, ਜੋ ਸਾਡਾ ਹਸਪੀਟਲ ਦਾ ਹੈਲਪਲਾਈਨ ਨੰਬਰ ਉਹਦੇ 'ਤੇ ਵੀ ਆ ਰਹੀ ਹੈ। ਅੱਛਾ ਨੈਕਸਟ ਡੇ ਆ ਗਿਆ, ਨੈਕਸਟ ਡੇ ਜਿਹੜੀਆਂ ਟਿਊਜ਼ਡੇ ਦੀ ਕਾਲ ਨੇ ਉਹ ਨੈਕਸਟ ਡੇ ਬੈਕ ਕਾਲ ਵੀ ਕੀਤੀ ਜਾਂਦੀ ਹੈ, ਠੀਕ ਹੈ। ਅੱਛਾ ਹੁਣ ਕਾਲ ਵੀ 2 ਤਰ੍ਹਾਂ ਦੀ ਹੈ, ਇੱਕ ਕਾਲ ਜਿਹੜੀ ਦਿਨੇ ਆਉਂਦੀ, ਇੱਕ ਕਾਲ ਜਿਹੜੀ ਰਾਤ ਨੂੰ ਆਉਂਦੀ ਹੈ, ਠੀਕ ਹੈ। ਦਿਨ ਵਾਲੀ ਕਾਲ ਇੰਡੀਆ ਦੀ ਹੈ, ਰਾਤ ਵਾਲੀ ਕਾਲ ਜਿਹੜੀ ਹੈ ਉਹ ਫੋਰਨ ਵਾਲਿਆਂ ਦੀ ਹੈ। ਅੱਛਾ ਫੋਰਨ ਵਾਲਿਆਂ ਦੀ ਵੀ ਸੇਮ ਕੰਪਲੇਂਟ। ਅੱਛਾ ਕੰਪਲੇਂਟ ਕਿਉਂ ਆ? ਕਿਉਂਕਿ ਜਦੋਂ ਇੱਧਰ ਰਾਤ ਹੁੰਦੀ ਉਹਨਾਂ ਦਾ ਦਿਨ ਚੜ੍ਹ ਜਦੋਂ ਕਾਲ ਕਰਨੀ ਸ਼ੁਰੂ ਕਰ ਦਿੰਦੇ ਨੇ। ਮੇਰਾ ਸਟਾਫ ਮੈਨੂੰ ਦੱਸ ਰਿਹਾ ਹੈ ਕਿ ਡਾਕਟਰ ਸਾਹਿਬ ਸਾਨੂੰ ਰਾਤੀ 1 ਵਜੇ ਕਾਲ ਆਈ, ਠੀਕ ਹੈ, ਕੋਈ ਕਦੀ ਕਹਿ ਰਹੇ ਸਾਨੂੰ 3 ਵਜੇ ਕਾਲ ਆਈ ਸੁਬਾਹ ਲਈ। ਤਾਂ ਜਿਹੜੀ ਕਾਲ ਰਾਤ ਦੀ ਵੀ ਹੈ ਦਿਨ ਦੀ ਵੀ ਹੈ, ਤਾਂ ਉਹਨੂੰ ਅਸੀਂ ਜਿੰਨੇ ਵੀ ਅੱਛੇ ਤਰੀਕੇ ਨਾਲ ਮੈਨੇਜ ਕਰ ਸਕੀਏ ਅਸੀਂ ਹੁਣ ਕਰ ਵੀ ਰਹੇ ਹਾਂ। ਈਵਨ ਅਸੀਂ ਹੁਣ ਇੱਕ ਦਿਨ ਜਿਹੜੇ NRIs ਫੈਮਲੀਜ਼ ਨੇ, ਜਿਹੜੇ ਫੋਰਨ ਬਾਹਰ ਬੈਠੇ ਨੇ, ਸਮੁੰਦਰ ਤੋਂ ਪਾਰ ਬੈਠੇ ਨੇ ਪਰਿਵਾਰ, ਜਿਹੜੇ ਵਾਕਈ ਇਸ ਨੈਚੁਰਲ ਸਾਇੰਸ ਨਾਲ ਜੁੜਨਾ ਚਾਹੁੰਦੇ ਨੇ, ਤੰਗ ਨੇ, ਪਰੇਸ਼ਾਨ ਨੇ, ਅਸੀਂ ਵੀਕ ਦੇ ਵਿੱਚ ਇੱਕ ਦਿਨ ਜਿਹੜਾ ਹੈ ਕਿ ਥਰਸਡੇ ਵੀਰਵਾਰ ਵਾਲਾ ਦਿਨ ਅਸੀਂ ਇਹਦੇ 'ਚ ਹੁਣ ਰੱਖਿਆ। ਇਹ ਲਾਸਟ ਵੀਕ ਵੀ ਅਸੀਂ ਕੀਤਾ। ਉਸ ਦਿਨ ਅਸੀਂ ਸਪੈਸ਼ਲ ਪੂਰੇ ਹਫਤੇ ਦੇ ਵਿੱਚ ਜਿੰਨੀਆਂ ਵੀ ਐਨਾਲਾਈਜ਼ ਕਾਲ ਆਈਆਂ ਹੋਣਗੀਆਂ ਉਹ ਅਸੀਂ ਬੈਕ ਕਾਲ ਕਰ ਰਹੇ ਹਾਂ ਉਹਦੇ ਵਿੱਚ, ਠੀਕ ਹੈ। ਬੈਕ ਕਾਲ ਕਰਕੇ ਉਹਨਾਂ ਦਾ ਅਸੀਂ ਡਾਟਾ ਮੇਨਟੇਨ ਕਰ ਰਹੇ, ਰਿਕਾਰਡ ਮੇਨਟੇਨ ਕਰ ਰਹੇ ਹਾਂ। ਜਿਨ੍ਹਾਂ ਨਾਲ ਗੱਲਬਾਤ ਹੋ ਰਹੀ ਆ ਉਹਨਾਂ ਦੀ ਪ੍ਰੋਪਰ ਅਸੀਂ ਇੱਕ ਸਮਰੀ ਵੀ ਤਿਆਰ ਕਰ ਰਹੇ ਹੈਗੇ ਆ। ਔਰ ਅੱਛਾ 2 ਦਿਨ ਹੋ ਗਿਆ ਸਰ ਓਪਨ OPD, 1 ਦਿਨ ਹੋ ਗਿਆ ਫੋਰਨ ਦੀ ਕਾਲ, ਅਤੇ ਵੀਕ ਦੇ ਵਿੱਚ ਦਿਨ ਸੀ 5, ਰਹਿ ਗਏ 2। ਉਹ 2 ਦੇ ਵਿੱਚ ਵੀ ਪੇਡ OPD ਦੇ ਵਿੱਚ ਕਰਾਊਡ ਹੋਇਆ, ਮਤਲਬ ਪੇਸ਼ੈਂਟ ਆਏ ਹੁੰਦੇ ਨੇ। ਹੁਣ ਪੇਡ OPD ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਕਿ ਓਪਨ OPD ਦੇ ਵਿੱਚ ਮੈਂ ਟਾਈਮ ਨਹੀਂ ਦੇ ਪਾਉਂਦਾ ਇੱਕ ਪੇਸ਼ੈਂਟ ਦੇ ਨਾਲ ਖੁੱਲ੍ਹ ਕੇ 2 ਮਿੰਟ 4 ਮਿੰਟ 5 ਮਿੰਟ, ਜੇ ਮੈਂ ਮੈਕਸਿਮਮ ਵੀ ਜ਼ੋਰ ਲਗਾਵਾਂ ਤਾਂ 10 ਮਿੰਟ ਤੋਂ ਉੱਪਰ ਨਹੀਂ ਜਾ ਪਾਊਂਗਾ, ਕਿਉਂਕਿ ਪੇਸ਼ੈਂਟ ਦੂਰੋਂ ਆਏ ਹੁੰਦੇ, ਸਾਨੂੰ ਉਹਨਾਂ ਨਾਲ ਵੀ ਜ਼ਿਆਦਾ ਫਿਕਰ ਹੁੰਦਾ ਇਹ ਟਾਈਮ ਨਾਲ ਆਪਣਾ ਟ੍ਰੀਟਮੈਂਟ ਲੈਣ, ਡੋਜ਼ ਲੈਣ ਔਰ ਜਲਦੀ ਜਾਣ ਕਰੇ। ਲੇਕਿਨ ਜਿਹੜੀ ਪੇਡ OPD ਆ ਉਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ 20-25 ਮਿੰਟ ਦੀ ਕਾਉਂਸਲਿੰਗ ਖੁੱਲ੍ਹ ਕੇ ਹੋਵੇ, ਜੋ ਅਸੀਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਪੇਸ਼ੈਂਟ ਦੀਆਂ। ਇਹ ਚੀਜ਼ ਆਪਾਂ ਪਹਿਲੀ ਵੀਡੀਓ 'ਚ ਹੀ ਕਲੀਅਰ ਕਰ ਦਿੱਤੀ ਸੀ ਕਿ ਜੇ ਕਿਸੇ ਨੂੰ ਲੱਗਦਾ ਕਿ ਮੈਨੂੰ ਡਾਕਟਰ ਠੀਕ ਕਰੇ, ਇਹ ਝੂਠ ਹੈ, ਠੀਕ ਹੈ। ਪੇਸ਼ੈਂਟ ਨੂੰ 80% ਆਪਣੀ ਜ਼ਿੰਮੇਵਾਰੀ ਆਪ ਲੈਣੀ ਪਏਗੀ। ਸਪੋਰਟ ਕਰਨ ਲਈ ਅਸੀਂ ਨਾਲ ਖੜੇ ਹਾਂ, ਠੀਕ ਹੈ। ਤੁਸੀਂ ਆਪਣੀ 80% ਜ਼ਿੰਮੇਵਾਰੀ ਨਿਭਾਉਣੀ। ਉਹ 80% ਜ਼ਿੰਮੇਵਾਰੀਆਂ ਕਿਹੜੀਆਂ ਹੁੰਦੀਆਂ ਨੇ ਉਹ ਪੇਡ OPD ਦੇ ਵਿੱਚ ਅਸੀਂ ਖੁੱਲ੍ਹ ਕੇ ਐਕਸਪਲੇਨ ਕਰ ਪਾਉਂਦੇ ਹਾਂ। ਅੱਛਾ ਪੇਸ਼ੈਂਟ ਵੀ ਉਹਨੂੰ ਬਹੁਤ ਖੁੱਲ੍ਹ ਕੇ ਐਕਸੈਪਟ ਵੀ ਕਰਦਾ, ਠੀਕ ਹੈ, ਔਰ ਉਹਦਾ ਸਾਨੂੰ ਉਹਦੀ ਸੈਟਿਸਫੈਕਸ਼ਨ ਲੈਵਲ ਵੀ ਵੱਧਦਾ, ਉਹਨੂੰ ਸਮਝ ਵੀ ਆਉਂਦੀ ਹੈ ਕਿ ਮੇਰਾ ਇਹ ਹਾਲ ਇਹਨਾਂ ਬਿਮਾਰੀਆਂ ਦੇ ਨਾਲ ਕਿਉਂ ਹੋਇਆ ਹੈਗਾ, ਇਹਦੇ ਪਿੱਛੇ ਰੂਟ ਕਾਜ਼ ਕੀ ਸੀ। ਤਾਂ ਇਹ ਸ਼ੈਡਿਊਲ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਹੈਗਾ। ਤਾਂ ਸੈਚਰਡੇ ਦਾ ਜਿਹੜਾ ਦਿਨ ਹੈਗਾ ਉਹ ਆਪਾਂ ਜਿਹੜਾ ਕਿ ਇੰਟਰਵਿਊਜ਼ ਲਈ ਰੱਖਿਆ ਹੋਇਆ। ਰਹਿ ਗਿਆ ਇੱਕ ਸੰਡੇ। ਤਾਂ ਬਾਈ ਡਿਫਾਲਟ ਸਰ ਮੈਂ ਮੈਰਿਡ ਵੀ ਹਾਂ, ਠੀਕ ਹੈ ਜੀ, ਅਤੇ ਅੱਛਾ ਸਾਰੇ ਬਾਈ ਡਿਫਾਲਟ ਸਾਰੀ ਬਾਈ ਤਾਂ ਉਹ ਇੱਕ ਦਿਨ ਮੇਰੀ ਇਕਲੌਤੀ ਜਿਹੜੀ ਵਾਈਫ ਆ, ਮੈਂ ਉਹ ਆਪਣੇ ਪਰਿਵਾਰ ਆ ਜਿਹੜਾ ਨਾਲ ਬੱਚੇ ਨੇ, ਮੇਰੇ ਪੇਰੈਂਟਸ, ਉਹਨਾਂ ਲਈ ਇੱਕ ਰੱਖਿਆ। ਅੱਛਾ ਅਸੀਂ ਅਕਸਰ ਮਜ਼ਾਕ 'ਚ ਇਹ ਚੀਜ਼ ਕਹਿ ਦਿੰਦੇ ਹਾਂ। ਮੈਨੂੰ ਕੱਲ੍ਹ ਹੀ ਇੱਕ ਪੇਸ਼ੈਂਟ ਨੇ ਕਿਹਾ ਕਿ ਡਾਕਟਰ ਸਾਹਿਬ ਸੰਡੇ ਵੀ ਮਿਲਦੇ ਹੋ? ਤਾਂ ਮੈਂ ਇਹਨੂੰ ਕਿਹਾ, ਮੈਂ ਕਿਹਾ ਨਹੀਂ ਸਰ, ਸੰਡੇ ਅਸੀਂ ਨਹਾਉਣ ਵਾਸਤੇ ਰੱਖਿਆ, ਠੀਕ ਹੈ। ਸਹੀ ਗੱਲ, ਠੀਕ ਹੈ। ਤਾਂ ਸੰਡੇ ਨੂੰ ਮੈਂ ਕਿਹਾ ਅਸੀਂ ਨਹਾਉਣਾ ਧੋਣਾ ਹੁੰਦਾ ਅਤੇ ਉਹਦੇ ਵਾਸਤੇ ਰੱਖਿਆ। ਬਾਕੀ ਦੇ ਦਿਨ ਜਿਹੜੇ ਕਿ ਉਹ ਤੁਹਾਡੀ ਸੇਵਾ ਦੇ ਵਿੱਚ ਹੀ ਹਾਜ਼ਰ ਹੈਗੇ ਆ। ਜੀ। ਇਹ ਡਾਕਟਰ ਸਾਹਿਬ ਬਹੁਤ ਸਾਰੇ ਬਹਾਨੇ ਲਾਤੇ ਤੁਸੀਂ। ਮੈਂ ਦਰਸ਼ਕਾਂ ਦਾ ਵਕੀਲ ਹਾਂ ਤਾਂ ਕਹਿ ਰਿਹਾ, ਬਹੁਤ ਸਾਰੇ ਤੁਸੀਂ ਬਹਾਨੇ ਲਾਤੇ ਵੀ ਮੇਰਾ ਆਹ ਹੁੰਦਾ, ਮੈਨੂੰ ਐਂ ਹੁੰਦਾ, ਮੇਰੇ ਕੋਲ ਸਮਾਂ ਘੱਟ ਹੁੰਦਾ, ਮੇਰੇ ਆਹ ਦਿਨ ਬੀਜੀ ਨੇ, ਉਹ ਦਿਨ ਬੀਜੀ। ਪਰ ਦਰਸ਼ਕ ਜਾਣ ਕਿੱਥੇ? ਦਰਸ਼ਕਾਂ ਨੇ ਤਾਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਕੋਲ ਇਲਾਜ ਕਰਾਉਣਾ। ਦਰਸ਼ਕ ਕਿੱਥੇ ਜਾਣ ਫਿਰ? ਜੇ ਤੁਸੀਂ ਨਹੀਂ ਉਹਨਾਂ ਦੀ ਸੁਣੋਗੇ ਤੇ ਫਿਰ ਉਹ ਕੋਈ ਹੱਲ, ਕੋਈ ਰਸਤਾ ਕੁਛ ਵੀ ਨਹੀਂ ਕੱਢ ਸਕਦੇ ਤੁਸੀਂ। ਜੇ ਤੁਸੀਂ ਇੰਨਾ
ਪੜ੍ਹ ਲਿਖ ਕੇ ਇੰਨਾ ਜਨਤਾ ਦੀ ਸੇਵਾ 'ਚ ਆ ਚੁੱਕੇ ਹੋ, ਫਿਰ ਇੱਥੇ ਕਿਉਂ ਅੜ ਰਹੇ ਹੋ? ਨਹੀਂ, ਬਿਲਕੁਲ ਅਸੀਂ ਸੰਗਤ ਦੇ ਆਸ਼ੀਰਵਾਦ ਨਾਲ ਇਹਨੂੰ ਸੋਲਵ ਵੀ ਕਰ ਰਹੇ ਹਾਂ ਸਟੈਪ ਬਾय ਸਟੈਪ। ਈਵਨ ਅਸੀਂ ਹੁਣ ਆਪਣੇ ਸਟਾਫ ਦੇ ਵਿੱਚ ਕਾਫੀ ਵਾਧਾ ਕੀਤਾ। ਈਵਨ ਇਨ ਫਿਊਚਰ ਅਸੀਂ ਇੱਕ ਤੋਂ ਦੋ ਅਸਿਸਟੈਂਟ ਡਾਕਟਰ ਵੀ ਮਿਲਣਗੇ, ਠੀਕ ਹੈ। ਔਰ ਇਨਫਰਾਸਟ੍ਰਕਚਰ ਨੂੰ ਅਸੀਂ ਹੋਰ ਬਰੋਡ ਵੱਡੇ ਲੈਵਲ ਤੇ ਵੀ ਕਰ ਰਹੇ ਹੈਗੇ ਆ, ਤਾਂ ਜੋ ਜਿਹੜੀਆਂ ਦਿੱਕਤਾਂ ਨੇ ਇਹਨੂੰ ਜਿੰਨੀ ਜਲਦੀ ਹੋ ਸਕੇ ਅਸੀਂ ਸੋਲਵ ਕਰ ਸਕੀਏ। ਈਵਨ ਕਸਟਮਰ ਕੇਅਰ ਦੇ ਰੂਪ ਦੇ ਵਿੱਚ ਜਿਹੜੇ ਨੰਬਰ ਨੇ ਉਹਨਾਂ ਦੇ ਵਿੱਚ ਵੀ ਅਸੀਂ ਸਟਾਫ ਦੀ ਜਿਹੜੀ ਕਿ ਬੜੋਤਰੀ ਕਰ ਰਹੇ ਹਾਂ, ਤਾਂ ਜੋ ਜਿਹੜੀ ਕੰਪਲੇਂਟਸ ਨੇ ਦਿਨ ਬ ਦਿਨ ਇਹਨੂੰ ਅਸੀਂ ਘਟਾਈਏ, ਨਾ ਕਿ ਵਧਾਈਏ। ਅਸੀਂ ਸੇਵਾ 'ਚ ਹਾਜ਼ਰ ਹਾਂ, ਸਾਨੂੰ ਜੇ ਪਰਮੇਸ਼ਰ ਨੇ ਇਹ ਮੌਕਾ ਦਿੱਤਾ ਹੈ ਤਾਂ ਅਸੀਂ ਇਹਨੂੰ ਖੋਣਾ ਨਹੀਂ ਚਾਹੁੰਦੇ, ਠੀਕ ਆ। ਔਰ ਇੱਕ ਚੀਜ਼ ਜ਼ਰੂਰ ਹੈਗੀ ਹੈ, ਚਲੋ ਇਹ ਤਾਂ ਕੁਲਵੰਤ ਜੀ ਤੁਸੀਂ ਦਰਸ਼ਕਾਂ ਵੱਲੋਂ ਗੱਲ ਰੱਖੀ ਹੈ ਵਕੀਲ ਦੇ ਰੂਪ ਦੇ ਵਿੱਚ, ਤਾਂ ਇੱਕ ਗੱਲ ਮੇਰੀ ਵੀ ਤੁਹਾਨੂੰ ਅਤੇ ਤੁਸੀਂ ਤੁਹਾਡੇ ਥਰੂ ਦਰਸ਼ਕਾਂ ਤੱਕ ਚਲੇ ਜਾਏਗੀ। ਇੱਕ ਹੱਥ ਜੋੜ ਕੇ ਮੇਰੀ ਇੱਕ ਬੇਨਤੀ ਵੀ ਹੈ ਕਿ ਅਸੀਂ ਅਕਸਰ ਇਸ ਚੀਜ਼ ਨੂੰ ਬੋਲਦੇ ਵੀ ਹਾਂ ਆਪਣੀ ਵੈਲਨੈਸ ਸਾਇੰਸ ਕਲਾਸ ਦੇ ਵਿੱਚ, ਕਿ ਅਸੀਂ ਨਹੀਂ ਕਹਿੰਦੇ ਕਿ ਸਾਡੇ 'ਚ ਕੋਈ ਗੁਣ ਹੈ ਜਾਂ ਅਸੀਂ ਇਸ ਪ੍ਰੋਫੈਸ਼ਨ ਨੂੰ ਚੁਣਿਆ। ਅਲਟੀਮੇਟ ਨੈਚੁਰਲ ਹੈਲਥ ਸਾਇੰਸ ਇੱਕ ਕੁਦਰਤ ਦੀ ਇਬਾਦਤ ਦੀ ਤਰ੍ਹਾਂ ਹੈ। ਤਾਂ ਅਸੀਂ ਹਮੇਸ਼ਾ ਹੀ ਮੰਨਦੇ ਹਾਂ, ਸਾਡੇ ਜਿੰਨੇ ਵੈਲਨੈਸ ਕੰਸਲਟੈਂਟਸ ਨੇ ਉਹਨਾਂ ਨੂੰ ਇਹੀ ਹੀ ਸਮਝਾਇਆ ਜਾਂਦਾ ਹੈ ਕਿ ਤੁਸੀਂ ਕਦੀ ਨਹੀਂ ਇਹ ਸੋਚਣਾ ਕਿ ਤੁਸੀਂ ਇਸ ਪ੍ਰੋਫੈਸ਼ਨ ਨੂੰ ਚੁਣਿਆ। ਕੁਦਰਤ ਨੇ ਸਾਨੂੰ ਆਪਣੇ ਕੰਮ ਲਈ ਚੁਣਿਆ, ਠੀਕ ਹੈ। ਅਸੀਂ ਕੁਦਰਤ ਦੇ ਹੈਲਪਰ ਹੈ, ਅਸੀਂ ਕੁਦਰਤ ਨਹੀਂ, ਇਹ ਰੱਬ ਨਹੀਂ ਹੈ, ਪਰਮਾਤਮਾ ਨਹੀਂ ਹੈ, ਅਸੀਂ ਉਹਦੇ ਹੈਲਪਰ ਹੈ ਜੋ ਉਹਦੇ ਮੈਸੇਜ ਨੂੰ, ਜੋ ਉਹਦੇ ਜੀਵਨ ਨੂੰ, ਜੋ ਉਹ ਕਿਸੇ ਦੀ ਵੀ ਝੋਲੀ 'ਚ ਖੁਸ਼ੀ ਪਾਉਣਾ ਚਾਹੁੰਦਾ ਹੈ, ਅਸੀਂ ਸਿਰਫ ਸਰਵ ਕਰਨ ਵਾਲੇ ਹਾਂ, ਚੁੱਕ ਕੇ ਫੜਾਉਣ ਵਾਲੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ ਇਸ ਕਰਕੇ ਗਲਤੀਆਂ ਸਾਡੇ ਵੱਲੋਂ ਵੀ ਬਹੁਤ ਸਾਰੀਆਂ ਹੁੰਦੀਆਂ, ਹੁਣ ਵੀ ਹੁੰਦੀਆਂ। ਚਲੋ ਬੰਦਾ, ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨੂੰ ਉਹ 'ਚ ਇੰਪਰੂਵਮੈਂਟ ਲੈ ਕੇ ਆਈਏ। ਲੇਕਿਨ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਅਸੀਂ ਇੱਕ ਸੇਵਾ ਦੇ ਰੂਪ 'ਚ ਕਰ ਰਹੇ ਹਾਂ। ਜਿਵੇਂ ਕਿ ਦਾਸ ਨੇ ਦੱਸਿਆ ਕਿ ਮੈਂ ਹਫ਼ਤੇ 'ਚ 2 ਦਿਨ ਅਸੀਂ ਓਪਨ OPD ਰੱਖਦੇ ਹਾਂ, ਜਿਹੜੀ ਕਿ ਇੱਕ ਮੈਂ ਸਮਝਦਾ ਕਿ ਮੇਰੇ ਵੱਲੋਂ ਇੱਕ ਦਸਵੰਧ ਦੇ ਰੂਪ 'ਚ ਹੈ, ਜਿਸ ਦਿਨ ਮੈਂ ਆਪਣੀ ਕੋਈ ਫੀਸ ਨਹੀਂ ਲੈਂਦਾ, 1 ਰੁਪਇਆ ਵੀ ਕਿਸੇ ਤੋਂ, ਠੀਕ ਹੈ। ਔਰ ਇਹ ਦਸਵੰਧ ਦੇ ਰੂਪ 'ਚ ਹਫ਼ਤੇ 'ਚ 2 ਦਿਨ ਹੈ, ਤਾਂ ਮਹੀਨੇ 'ਚ 8 ਦਿਨ ਹੋ ਗਏ, ਠੀਕ ਹੈ। ਬਾਕੀ ਦੇ ਜਿਹੜੇ 3 ਵੀਕਸ ਨੇ ਉਹ ਜਿਹੜੇ ਕਿ ਜੋ ਸਾਡੇ ਪ੍ਰੋਫੈਸ਼ਨਲੀ ਰੂਪ ਹੁੰਦਾ ਉਸ ਰੂਪ 'ਚ ਹੁੰਦੇ ਨੇ। ਤਾਂ ਲੇਕਿਨ ਫਿਰ ਵੀ ਅਸੀਂ ਜਿਹੜੀ ਸੇਵਾ ਦੇ ਰੂਪ 'ਚ ਇਹਨੂੰ ਨਿਭਾ ਰਹੇ ਹੈਗੇ ਆ, ਤਾਂ ਮੇਰੀ ਵੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਸੇਵਾ ਦੇ ਰੂਪ 'ਚ ਹੀ ਦੇਖਿਆ ਜਾਵੇ, ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਜੋ ਹਾਹਾਕਾਰ ਮੱਚੀ ਹੈ, ਜਿੰਨਾ ਅਸੀਂ ਸਾਡੀ ਸਿਹਤ ਨੂੰ ਲੈ ਕੇ ਗਿਰਾਵਟ ਆ ਗਈ ਹੈ, ਸਾਡੇ ਬੱਚੇ ਅੱਜ ਪੈਦਾ ਹੁੰਦੇ ਸਾਰ ਪਹਿਲਾਂ ਲੋਕ ਲੱਡੂਆਂ ਦਾ ਡੱਬਾ ਲੈਣ ਜਾਂਦੇ ਸੀ ਸਰ, ਅੱਜ ਪੈਦਾ ਹੁੰਦੇ ਸਾਰ ਪਹਿਲਾਂ ਰਿਪੋਰਟਾਂ ਕਰਵਾਉਂਦੇ ਨੇ, ਠੀਕ ਹੈ। ਸਾਡੇ ਬੱਚੇ ਜਦੋਂ ਫਿਰ ਵੱਡੇ ਹੋ ਜਾਂਦੇ ਨੇ, ਪਹਿਲਾਂ ਪੈਦਾ ਹੁੰਦੇ ਸਾਰ ਲੱਡੂ ਵਟਾਏ ਜਾਂਦੇ ਸੀ, ਅੱਜ ਮੈਨੂੰ ਲੱਗਦਾ ਹੈ ਕਿ ਉਹ ਦਿਨ ਆ ਗਿਆ ਕਿ ਰਿਪੋਰਟਾਂ ਵਟਾਈਆਂ ਜਾਣਗੀਆਂ ਵੀ ਤੁਸੀਂ ਦੱਸੋ ਵੀ ਤੁਹਾਡੇ ਬੇਟੇ 'ਚ ਕਿੰਨੀਆਂ ਪ੍ਰੋਬਲਮਸ ਨੇ ਤੇ ਮੇਰੀ ਬੇਟੀ 'ਚ ਕਿੰਨੀਆਂ ਪ੍ਰੋਬਲਮਸ ਨੇ, ਇਹਨਾਂ 'ਚ ਮੈਚ ਕਰ ਲੈਣੇ। ਜਿੱਥੇ ਅੱਗੇ ਗੁਣ ਰਲਾਏ ਜਾਂਦੇ ਸੀ, ਹੁਣ ਬਿਮਾਰੀਆਂ ਰਲਾਈਆਂ ਜਾਣਗੀਆਂ। ਤਾਂ ਇਹ ਨੌਬਤ ਇੱਥੋਂ ਤੱਕ ਆ ਚੁੱਕੀ ਹੈ, ਠੀਕ ਹੈ। ਔਰ ਇਹ ਸੱਚਾਈ ਹੈ ਸਰ। ਜਿੰਨਾ ਕੁ ਡਰ ਭੈ ਪੈਦਾ ਹੋ ਗਿਆ, ਪਲੱਸ ਜਿੰਨੀਆਂ ਸਮੱਸਿਆਵਾਂ ਆ ਚੁੱਕੀਆਂ ਨੇ, ਲੋਕ ਬੱਚੇ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਇਸ ਚੀਜ਼ ਦੀ ਵੀ ਇਨਕੁਆਇਰੀ ਕਰਵਾ ਰਹੇ ਨੇ ਕਿ ਕੋਈ ਪੱਕੀ ਗੋਲੀ ਤਾਂ ਨਹੀਂ ਖਾ ਰਿਹਾ ਬੱਚਾ, ਠੀਕ ਹੈ। ਕੋਈ ਕਿਸੇ ਤਰ੍ਹਾਂ ਦੀ ਕੋਈ ਕ੍ਰੋਨਿਕਲ ਡਿਜ਼ੀਜ਼ ਤਾਂ ਨਹੀਂ ਹੈ ਜਿਹੜੀ ਛੁਪਾਈ ਜਾ ਰਹੀ ਹੋਵੇ, ਉਹ ਮੈਰਿਜ ਤੋਂ ਬਾਅਦ ਪਤਾ ਲੱਗੇ। ਤਾਂ ਇਸ ਕੰਡੀਸ਼ਨ 'ਚ ਅਸੀਂ ਆ ਗਏ ਹੈਗੇ ਆ, ਅਤੇ ਇੰਨਾ ਗਿਰਾਵਟ ਆ ਚੁੱਕੀ ਹੈ। ਨੋ ਡਾਊਟ ਦੁਨੀਆ ਪਤਾ ਨਹੀਂ ਕਿਹੜੇ ਰੂਪ 'ਚ ਤਰੱਕੀ ਕਹਿੰਦੀ ਹੈ, ਬਟ ਸਾਡੀ ਉਮਰ ਖਤਮ ਹੋਈ ਹੈ, ਸਾਡਾ ਜੀਵਨ ਘਟਿਆ, ਸਾਡੀਆਂ ਖੁਸ਼ੀਆਂ ਘਟੀਆਂ ਨੇ, ਸਾਡਾ ਸਰੀਰਕ ਸਟਰਕਚਰ ਵੀਕ ਹੋਇਆ ਵਾ। ਤਾਂ ਇਹ ਤਰੱਕੀ ਦੇ ਵਿੱਚ ਦੂਰ ਦਰਾਡੇ ਕਿਤੇ ਨਜ਼ਰ ਨਹੀਂ ਆ ਰਹੀ। ਲੇਕਿਨ ਇੰਨੀ ਗਿਰਾਵਟ ਦੇ ਬਾਵਜੂਦ ਵੀ ਸਾਡੀ ਕੋਸ਼ਿਸ਼ ਹੈ ਕਿ ਜੋ ਸਾਡੇ ਤੋਂ ਸਾਨੂੰ ਪਰਮੇਸ਼ਰ ਨੇ ਮੌਕਾ ਦਿੱਤਾ, ਅਸੀਂ ਆਪਣਾ 100% ਦੇ ਕੇ ਜਾਈਏ। ਕਿਉਂਕਿ ਅਲਟੀਮੇਟ, ਜਿਵੇਂ ਕਿ ਦਾਸ ਦੀ ਪਹਿਲੀ ਵੀਡੀਓ ਆਈ ਸੀ, ਇੱਕ ਰੋਗੀ ਦੇ ਰੂਪ ਦੇ ਵਿੱਚ ਜਿੰਨੇ ਵੀ ਅੱਜ ਲੋਕ ਇੰਟਰੋਡਿਊਸ ਹੋ ਰਹੇ ਨੇ, ਉਹ ਪਹਿਲਾਂ ਰੋਗੀ ਨੇ, ਠੀਕ ਹੋਏ ਨੇ, ਫਿਰ ਇਹ ਸੇਵਾ 'ਚ ਅੱਗੇ ਆਉਂਦੇ ਨੇ। ਸੰਸਥਾ ਨੇ ਕੰਡੀਸ਼ਨ ਹੀ ਇਹ ਬਣਾਈ ਹੈ, ਤੁਸੀਂ ਜੇ ਰੋਗੀ ਹੋ, ਠੀਕ ਹੋਏ ਹੋ, ਤਾਂ ਸਾਡੇ ਨਾਲ ਸੇਵਾ ਦੇ ਰੂਪ 'ਚ ਆ ਸਕਦੇ ਹੋ। ਕਿਉਂ? ਅੱਗੇ ਜਾ ਕੇ ਰੋਗੀ ਨੇ ਹੀ ਰੋਗੀ ਦੇ ਦਰਦ ਨੂੰ ਸਮਝਣਾ, ਦੁਖੀ ਨੇ ਹੀ ਦੁਖੀ ਦੇ ਦਰਦ ਨੂੰ ਸਮਝਣਾ। ਇਸ ਕਰਕੇ ਅਸੀਂ ਆਈਡੀਓਲੋਜੀ, ਇਹ ਫਿਲਾਸਫੀ ਸੈੱਟ ਕੀਤੀ ਸੀ। ਤਾਂ ਅਸੀਂ ਇੱਕ ਸੇਵਾ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਕਰ ਰਹੇ ਹਾਂ। ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਕੋਆਪਰੇਟ ਦੀ ਜ਼ਰੂਰਤ ਹੈਗੀ ਹੈ, ਕੋਆਪਰੇਸ਼ਨ ਸਾਨੂੰ ਚਾਹੀਦਾ ਹੈਗਾ। ਲੇਕਿਨ ਇੱਕ ਮੇਰਾ ਸ਼ਿਕਵਾ ਵੀ ਹੈ ਸਰ ਕਿ ਪੇਸ਼ੈਂਟ ਬਣ ਕੇ ਹੀ ਆਇਆ ਜਾਵੇ। ਮੈਂ ਵੀ ਇੱਥੇ ਆਉਣ ਲੱਗਾ ਸੀ ਕਿ ਤੁਹਾਨੂੰ ਤਾਂ ਅਸੀਂ ਜਨਤਾ ਦੀ ਸ਼ਿਕਾਇਤ ਦੱਸਤੀ ਅਤੇ ਮੈਂ ਜਨਤਾ ਦਾ ਵਕੀਲ ਵੀ ਬਣ ਗਿਆ। ਹੁਣ ਮੈਂ ਤੁਹਾਨੂੰ ਵੀ ਪੁੱਛਣਾ ਚਾਹਾਂਗਾ ਕਿ ਕੁਝ ਲੋਕ ਤਾਂ ਤੁਹਾਨੂੰ ਧਮਕਾਉਣ ਵੀ ਆ ਗਏ ਹੋਣੇ ਹੁਣ ਤੱਕ। ਜੀ, ਮੈਂ ਤਾਂ ਹੀ ਸੰਗਤ ਦੇ ਅੱਗੇ ਗੱਲ ਰੱਖੀ ਹੈ ਕਿ ਤੁਸੀਂ ਪੇਸ਼ੈਂਟ ਬਣ ਕੇ ਹੀ ਆਓ, ਤਾਂ ਹੀ ਅਸੀਂ ਦਿਲੋਂ ਇਹ ਸੇਵਾ ਨਿਭਾ ਪਾਵਾਂਗੇ,
ਠੀਕ ਹੈ। ਔਰ ਇਹ ਮੈਨੂੰ ਜ਼ਿਆਦਾ ਲੰਬਾ ਨਹੀਂ ਇਸ ਗੱਲ ਨੂੰ ਲਿਜਾਣਾ ਚਾਹੁੰਦਾ, ਬਟ ਜੋ ਵੀ ਤੁਹਾਡੀ ਉਪਲਬਧੀ ਹੈ, ਅਚੀਵਮੈਂਟ ਹੈ ਜਾਂ ਅਹੁਦੇਦਾਰੀ ਹੈ, ਉਹ ਤੁਹਾਡੀ ਲਾਈਫ, ਤੁਹਾਡੇ ਪ੍ਰੋਫੈਸ਼ਨ ਨੂੰ ਬਿਲੋਂਗ ਕਰਦੀ ਹੈ, ਤੁਹਾਡੀ ਬਿਮਾਰੀ ਨੂੰ ਬਿਲੋਂਗ ਨਹੀਂ ਕਰਦੀ। ਠੀਕ ਹੈ। ਅਗਰ ਜੇ ਤਾਂ ਇਹ ਵੀ ਬਿਮਾਰੀ ਹੋਵੇ ਉਹਨਾਂ ਦੀ ਜੀ, ਹੁੰਦਾ ਤਾਂ ਬਿਮਾਰੀ ਦਾ ਹੀ ਪਾਰਟ ਹੈ, ਬਟ ਅਗਰ ਡਾਕਟਰ ਦੇ ਕਾਊਂਟਰ ਤੇ ਆ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਫਲਾਨਾ ਔਰ ਮੈਂ ਫਲਾਣੇ ਡਿਪਾਰਟਮੈਂਟ ਨੂੰ ਬਿਲੋਂਗ ਕਰਦਾ ਤੇ 70 ਪੇਸ਼ੈਂਟ ਬੈਠੇ ਨੇ, ਇਹਨਾਂ ਨੂੰ ਤੂੰ ਛੱਡ ਤੇ ਮੈਨੂੰ ਪਹਿਲਾਂ ਅਟੈਂਡ ਕਰ, ਤਾਂ ਮੈਂ ਪਹਿਲਾਂ ਹੀ ਸੰਗਤ ਤੋਂ ਮਾਫੀ ਮੰਗੂੰਗਾ ਕਿ ਪਰਮੇਸ਼ਰ ਦੀ ਸੇਵਾ ਦਿਲੋਂ ਕਰ ਰਹੇ ਹਾਂ। ਠੀਕ ਹੈ। ਤੁਸੀਂ ਆਸ਼ੀਰਵਾਦ ਦਿਓ ਜੇ ਇੱਕ ਜਿਹੜਾ ਸਵਾਸ ਹੈ ਤੁਹਾਡੀ ਸੇਵਾ ਦੇ ਲਈ ਸਾਡੀ ਪੂਰੀ ਦੀ ਪੂਰੀ ਟੀਮ, ਈਵਨ ਆਪਾਂ ਰਲ ਕੇ ਕਰਨਾ ਹੈ ਸਾਰਾ, ਮੇਰਾ ਕੋਈ ਨਿੱਜੀ ਨਹੀਂ, ਸਰਬੱਤ ਦੇ ਭਲੇ ਦਾ ਕੰਮ ਹੈ, ਰਲ ਕੇ ਕਰਨਾ ਹੈ, ਤੁਸੀਂ ਤੁਹਾਡਾ ਵੀ ਸਹਿਯੋਗ ਚਾਹੀਦਾ। ਪਰ ਜੋ ਵੀ ਤੁਹਾਡੀ ਉਪਲਬਧੀ ਹੈ, ਅਹੁਦੇਦਾਰੀ ਹੈ, ਉਹ ਤੁਹਾਡੀ ਲਾਈਫ ਔਰ ਤੁਹਾਡੇ ਪਰਿਵਾਰ ਲਈ ਇੱਕ ਅਚੀਵਮੈਂਟ ਹੈ। ਬਟ ਜੇ ਡਾਕਟਰ ਕੋਲ ਜਦੋਂ ਜਾਣਾ ਹੁੰਦਾ ਆਪਾਂ, ਅਗਰ ਆਪਾਂ ਰੋਗੀ ਬਣ ਕੇ ਜਾਵਾਂਗੇ, ਆਪਦਾ ਦੁੱਖ ਖੁੱਲ੍ਹ ਕੇ ਦੱਸ ਪਾਵਾਂਗੇ। ਠੀਕ ਹੈ। ਜੇ ਆਪਾਂ ਡਾਕਟਰ ਨੂੰ ਆਪਦੀ ਉਪਲਬਧੀ ਗਿਣਾਵਾਂਗੇ ਤਾਂ ਸੌਰੀ, ਸਾਡੇ ਲਈ ਦਿੱਕਤਾਂ ਨੇ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਇੱਕ ਪਰਸਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਟਾਫ ਕੰਮ ਕਰ ਰਿਹਾ ਹੁੰਦਾ, ਥਰਡ ਪਾਰਟੀ ਆਵੇ ਤਾਂ ਉਹ ਸਟਾਫ ਨਾਲ ਬੁਰਾ ਭਰਾ ਵਿਵਹਾਰ ਕਰੇ। ਠੀਕ ਹੈ। ਈਵਨ ਮੈਨੂੰ ਕਾਊਂਟਰ 'ਤੇ ਆ ਕੇ ਕੋਈ ਗੱਲ ਕਰੇ ਤਾਂ ਚਲੋ ਅਸੀਂ ਇਹਨੂੰ ਰੱਬ ਦੀ ਸੇਵਾ ਦੇ ਰੂਪ 'ਚ ਕਰ ਰਹੇ ਹਾਂ, ਅਸੀਂ ਫਿਰ ਵੀ ਪੋਲਾਈਟਲੀ ਉਹਨਾਂ ਨੂੰ ਰਿਕੁਐਸਟ ਕਰਦੇ ਹੁੰਦੇ ਹਾਂ ਕਿ ਸਰ ਇਸ ਤਰ੍ਹਾਂ ਨਹੀਂ ਹੋਏਗਾ, ਉਹਦੇ ਲਈ ਆਮ ਸੌਰੀ, ਉਹਦੇ ਲਈ ਅਸੀਂ ਪੇਡ OPD ਰੱਖੀਏ, ਤੁਸੀਂ ਉਸ ਦਿਨ ਆਓ, ਮੈਂ ਤੁਹਾਨੂੰ ਖੁੱਲ੍ਹ ਕੇ ਟਾਈਮ ਦਊਂਗਾ। ਬਟ ਤੁਸੀਂ ਕਹੋ ਕਿ ਤੁਸੀਂ ਕਿਸੇ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਹੋ, ਇਸ ਕਰਕੇ ਮੈਂ ਜਿਹੜੇ ਬਾਹਰ ਕੋਈ 40-50 ਜਿਹੜੇ ਪੇਸ਼ੈਂਟ 50-60 ਬੈਠੇ ਨੇ, ਸੁਬਾਹ ਦੇ ਬੈਠੇ ਵਿਚਾਰੇ ਆ ਕੇ, ਉਹਨਾਂ ਨੂੰ ਮੈਂ ਇਗਨੋਰ ਕਰ ਦਿਆਂ, ਤਾਂ ਉਹ ਮੈਂ ਆਪਣੇ ਕੰਮ ਨਾਲ ਗੱਦਾਰੀ ਹੈ। ਮੈਨੂੰ ਪਰਮੇਸ਼ਰ ਨੇ ਚੁਣ ਕੇ ਇਸ ਕੰਮ ਲਈ ਚੁਣਿਆ ਹੈਗਾ। ਜਿੱਦਣ ਉਹਦਾ ਹੁਕਮ ਹੋਏਗਾ ਮੈਂ 'ਚੋਂ ਬਾਹਰ ਹੋ ਜਾਊਂਗਾ। ਜਿੰਨਾ ਟਾਈਮ ਉਹਦਾ ਸਿਰ 'ਤੇ ਹੱਥ ਹੈ, ਪੂਰੀ ਰਾਤ ਵੀ ਕੁਰਬਾਨ ਹੈ ਸੇਵਾ ਦੇ ਵਿੱਚ, ਦਿਨ ਵੀ ਕੁਰਬਾਨ ਹੈ। ਬਟ ਮੇਰੀ ਰਿਕੁਐਸਟ ਇਹੀ ਹੈ ਕਿ ਇੱਕ ਜੇ ਸਮੱਸਿਆ ਹੈ ਤਾਂ ਉਹਨੂੰ ਇੱਕ ਰੋਗੀ ਦੇ ਰੂਪ 'ਚ ਹੀ ਐਕਸਪਲੇਨ ਕੀਤਾ ਜਾਵੇ, ਅਦਰਵਾਈਜ਼ ਦਿੱਕਤ ਆਉਂਦੀ ਹੈ। ਫਿਰ ਹਸਪਤਾਲ ਕਦੋਂ ਖੋਲ੍ਹ ਰਹੇ ਹੋ? ਬਹੁਤ ਜਲਦੀ, ਜਿਵੇਂ ਜਿਵੇਂ ਸੰਗਤ ਦਾ ਪਿਆਰ ਆਸ਼ੀਰਵਾਦ ਹੈ। ਇਹਦੀ ਇੱਕ ਜਿਹੜੀ ਪ੍ਰੋਜੈਕਟਡ ਰਿਪੋਰਟ ਉਹ ਰੈਡੀ ਹੋ ਚੁੱਕੀ ਹੈ, ਔਰ ਕਰੀਬ 2023 ਦੇ ਵਿੱਚ ਆਪਾਂ ਨਾਰਥ ਦਾ ਇੱਕ ਮੈਂ ਕਹਿ ਸਕਦਾ ਕਿ ਵੈਲ ਸਟੈਬਲਿਸ਼ਡ, ਜਿਹੜਾ ਕਿ ਨੇਚਰਪੈਥੀ ਨੂੰ ਬਿਲੋਂਗ ਕਰਦਾ ਹੋਏਗਾ। ਠੀਕ ਹੈ। ਜਿਹਦਾ ਇਨਫਰਾਸਟਰਕਚਰ ਵੀ ਨੇਚਰ ਦਾ ਹੋਏਗਾ। ਠੀਕ ਹੈ। ਜਿਹਦੇ ਹਰ ਰੂਮ ਦੇ ਵਿੱਚ ਜਦੋਂ ਤੁਸੀਂ ਐਂਟਰ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਥੇ ਸਨਲਾਈਟ ਨੂੰ ਯੂਜ਼ ਕਿਵੇਂ ਕੀਤਾ ਗਿਆ, ਇੱਥੇ ਪਾਣੀ ਨੂੰ ਯੂਜ਼ ਕਿਵੇਂ ਕੀਤਾ ਜਾਂਦਾ, ਇੱਥੇ ਮਿੱਟੀ ਦਾ ਪ੍ਰਭਾਵ ਕੀ ਹੈ ਸਾਡੇ ਸਰੀਰ ਦੇ ਉੱਤੇ, ਤਾਂ ਉਹ ਸਾਰਾ ਇੰਪੈਕਟ ਦਿਖੇਗਾ। ਉਹਦੀ ਇੱਕ ਪ੍ਰੋਜੈਕਟਡ ਰਿਪੋਰਟ ਬਣ ਚੁੱਕੀ ਹੈ। ਬਾਕੀ ਜਿਵੇਂ ਜਿਵੇਂ ਸੰਗਤ ਆਸ਼ੀਰਵਾਦ ਦੇਗੀ, ਇਸ ਚੀਜ਼ ਨੂੰ ਉਨੀ ਜਲਦੀ ਹੀ ਅਸੀਂ ਇੱਕ ਪ੍ਰੈਕਟੀਕਲੀ ਪੇਸ਼ ਕਰ ਪਾਵਾਂਗੇ। ਡਾਕਟਰ ਸਾਹਿਬ, ਨਿਊਜ਼ ਏਸ਼ੀਆ ਪੰਜਾਬੀ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਕਿ ਤੁਸੀਂ ਇਸ ਨੇਕ ਕੰਮ ਨੂੰ ਅੱਗੇ ਵਧਾਉਂਦੇ ਹੋਏ ਇੱਕ ਹਸਪਤਾਲ ਖੋਲ੍ਹਣ ਜਾ ਰਹੇ ਹੋ, ਅਤੇ ਹਸਪਤਾਲ ਵੀ ਅਜਿਹਾ ਜਿਹੜਾ ਕਿ ਕੁਦਰਤ ਦੇ ਬਹੁਤ ਨੇੜੇ ਹੋਏਗਾ ਅਤੇ ਕੁਦਰਤ ਦੀ ਤਰੀਕੇ ਦੇ ਨਾਲ ਹੀ ਰੋਗੀਆਂ ਦਾ ਇਲਾਜ ਕਰੇਗਾ। ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੇਰੇ ਵੱਲੋਂ, ਬਹੁਤ-ਬਹੁਤ ਸ਼ੁਭ। ਥੈਂਕ ਯੂ ਨਿਊਜ਼ ਏਸ਼ੀਆ ਪੰਜਾਬੀ ਦਾ, ਸਾਰੀ ਸੰਗਤ ਦਾ। ਔਰ ਇਹ ਚੀਜ਼ ਅਸੀਂ ਇਕੱਲੇ ਨਹੀਂ ਕਰ ਪਾਵਾਂਗੇ, ਮੈਂ ਰਿਕੁਐਸਟ ਵੀ ਕਰਦੇ ਹਾਂ, ਸਾਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਰਲ ਕੇ ਕਰਨ ਵਾਲਾ ਮਿਸ਼ਨ ਹੈ, ਸਰਬੱਤ ਦੇ ਭਲੇ ਦਾ ਮਿਸ਼ਨ ਹੈ। ਔਰ ਇਹਦੇ 'ਚ ਜਿੰਨਾ ਤੁਹਾਡਾ ਸਾਥ ਮਿਲੇਗਾ, ਇਹਨੂੰ ਆਪਾਂ ਉਨਾ ਹੀ ਵੱਡੇ ਲੈਵਲ 'ਤੇ ਕਰ ਪਾਵਾਂਗੇ। ਇਹਦੇ 'ਚ ਜੋ ਸਾਡੀ ਇਹਦੇ ਵਿੱਚ ਥਾਟ ਹੈ, ਜੋ ਸੋਚ ਹੈ, ਮੈਂ ਉਹ ਜ਼ਰੂਰ ਸ਼ੇਅਰ ਕਰੂੰਗਾ, ਕਿਉਂਕਿ ਸਾਰਾ ਹੁਣ ਇੱਕ ਪਰਿਵਾਰ ਬਣ ਗਿਆ। ਠੀਕ ਹੈ। ਤਾਂ ਉਹ ਸੋਚ ਸਾਡੀ ਇਹਦੇ ਵਿੱਚ ਇਹ ਹੈਗੀ ਕਿ ਅਸੀਂ ਸਾਇੰਸ ਕਲਾਸ ਦੇ ਵਿੱਚ 3 ਚੀਜ਼ਾਂ ਸਮਝਾਉਂਦੇ ਹਾਂ ਕਿ ਤੁਹਾਡਾ ਸਾਡੀ ਸਾਇੰਸ ਕਲਾਸ ਨਾਲ ਜੁੜਨ ਦਾ ਮਕਸਦ ਕੀ ਹੈ। ਪਹਿਲਾ ਇਹ ਤੁਹਾਨੂੰ ਤੁਹਾਡੇ ਪਰਿਵਾਰ ਦਾ ਡਾਕਟਰ ਬਣਾਉਣਾ। ਦੂਸਰਾ ਇਹ ਕਿ ਤੁਹਾਡੇ ਅੰਦਰ ਇਹ ਉੱਦਮ ਔਰ ਇਸ ਤਾਕਤ ਪੈਦਾ ਕਰਨਾ ਕਿ ਤੁਸੀਂ ਆਪਣੀ ਅਤੇ ਆਪਣੇ ਬੱਚੇ ਦੀ ਉਮਰ ਨੂੰ 100 ਸਾਲ ਲੈ ਕੇ ਜਾਓ। ਤੀਸਰਾ ਇਹ ਕਿ ਤੁਹਾਡੇ ਅੰਦਰ ਉਹ ਸੂਝ ਸਮਝ ਪੈਦਾ ਕਰਨਾ ਕਿ ਅਸੀਂ ਪਹਿਲਾ ਸੁੱਖ ਨਿਰੋਗੀ ਕਾਇਆ ਅਤੇ ਦੂਸਰਾ ਸੁੱਖ ਘਰ ਵਿੱਚ ਮਾਇਆ, ਇਸ ਫਿਲਾਸਫੀ ਨੂੰ ਸਮਝ ਸਕੀਏ। ਔਰ ਇਹ ਚੀਜ਼ ਨੂੰ ਅਸੀਂ ਪ੍ਰੂਫ ਕਰਨ ਦੇ ਲਈ ਲੱਗੇ ਹੋਏ ਹਾਂ, ਸਾਬਤ ਕਰਨ ਲਈ ਲੱਗੇ ਹੋਏ ਹਾਂ ਕਿ ਅੱਜ ਦੀ ਸਦੀ 'ਚ ਵੀ 100 ਸਾਲ ਜਿੰਦਾ ਰਿਹਾ ਜਾ ਸਕਦਾ। ਅੱਜ ਦੀ ਸਦੀ ਦੇ ਵਿੱਚ ਵੀ ਅਗਰ ਅਸੀਂ ਆਪਣੇ ਬੇਸਿਕ ਗਿਆਨ ਨੂੰ ਇੰਪਰੂਵ ਕਰ ਲਈਏ ਤਾਂ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਵਿਸ਼ਵਾਸ ਦਿਵਾ ਸਕਦੇ ਹਾਂ। ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਇਸ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦੇ ਸਕਦੇ ਹਾਂ ਕਿ ਬੇਟਾ ਤੂੰ 100 ਸਾਲ ਨਹੀਂ, ਜੁਗ ਜੁਗ ਜਿਓ।
ਤਾਂ ਇਸ ਸੋਚ ਨੂੰ ਅਸੀਂ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਕਿ ਕਾਫੀ ਅਲੋਪ ਹੋ ਗਈ, ਇਹ ਗੱਲਾਂ 'ਚ ਹੀ ਖਤਮ ਹੋ ਗਈ, ਇਹ ਮਜ਼ਾਕ ਦੇ ਵਿੱਚ ਵੀ ਨਹੀਂ ਰਹੀਆਂ ਹੁਣ ਇਹ ਗੱਲਾਂ, ਠੀਕ ਹੈ। ਸੋ ਇਹ ਸਾਡੇ ਲਈ ਅਚੀਵਮੈਂਟ ਹੋਏਗੀ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਵਿਸ਼ਵਾਸ ਦਿਵਾ ਕੇ ਜਾ ਸਕੀਏ ਕਿ ਬੇਟਾ ਤੁਸੀਂ ਉਸ ਘਰ 'ਚ, ਉਸ ਧਰਤੀ ਦੇ, ਉਸ ਦੇਸ਼ 'ਚ ਪੈਦਾ ਹੋਏ ਹੋ ਜਿਨ੍ਹਾਂ ਦੀ ਉਮਰ ਦੀ ਦਰ ਸਭ ਤੋਂ ਜ਼ਿਆਦਾ ਹੈ। ਬਹੁਤ ਧੰਨਵਾਦ ਤੇ ਬਹੁਤ ਵਧੀਆ ਤੁਸੀਂ ਜਿਹੜਾ ਤਰੀਕੇ ਦੇ ਨਾਲ ਮਿਸ਼ਨ ਨੂੰ ਲੈ ਕੇ ਅੱਗੇ ਵਧਾ ਰਹੇ ਹੋ। ਨਿਊਜ਼ ਏਸ਼ੀਆ ਪੰਜਾਬੀ ਵੱਲੋਂ ਤੁਹਾਨੂੰ ਸ਼ੁਭ ਕਾਮਨਾ ਵੀ ਤੇ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੀ ਸੰਗਤ, ਸਾਰੇ ਦਰਸ਼ਕਾਂ ਦਾ। ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਤੁਹਾਡੀ ਕਚਹਿਰੀ ਦੇ ਵਿੱਚ ਆ ਕੇ ਤੁਹਾਡੀਆਂ ਸ਼ਿਕਾਇਤਾਂ ਦਾ ਜਵਾਬ ਦਿੱਤਾ, ਆਪਣੇ ਪੱਖ ਰੱਖੇ ਨੇ ਵੀ ਕਿਸ ਕਾਰਨ ਜਿਹੜਾ ਉਹ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਸਮੇਂ ਸਿਰ ਨਹੀਂ ਦੇ ਪਾਉਂਦੇ, ਫੋਨ ਨਹੀਂ ਅਟੈਂਡ ਕਰ ਪਾਉਂਦੇ, ਇੱਥੇ ਕਿਸ ਤਰੀਕੇ ਦਾ ਰਸ਼ ਹੁੰਦਾ, ਕਿਸ ਤਰੀਕੇ ਤੁਸੀਂ ਉਹਨਾਂ ਨੂੰ ਪਿਆਰ ਦੇ ਰਹੇ ਹੋ, ਕਿਸ ਤਰੀਕੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣੀ ਤੇ ਉਹਨਾਂ ਦੀ ਸੰਸਥਾ ਦੇ ਵਿੱਚ ਵਿਸ਼ਵਾਸ ਜਿਹੜੇ ਉਹਨਾਂ ਨੂੰ ਤੁਸੀਂ ਪੈਦਾ ਕੀਤਾ, ਤੁਸੀਂ ਵਿਸ਼ਵਾਸ ਦਿਖਾ ਰਹੇ ਹੋ, ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਅੱਗੇ ਪਲੈਨਿੰਗ ਕੀ ਨੇ, ਇਹਨਾਂ ਨੂੰ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨੂੰ ਇਸ ਮਿਸ਼ਨ ਨੂੰ ਅੱਗੇ ਵਧਾਉਣ ਦੇ ਵਿੱਚ ਕਿਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਨੇ, ਤੇ ਉਸ ਦੌਰਾਨ ਇਹਨਾਂ ਨੇ ਆਪਣੀ ਵੱਲੋਂ ਜਿਹੜੀ ਅਪੀਲ ਕੀਤੀ ਆ ਉਹਦੇ ਤੇ ਵੀ ਕਿਸ ਤਰੀਕੇ ਤੁਸੀਂ ਧਿਆਨ ਦੇਣਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਹੋਰ ਵੀ ਲੈ ਸਕਣ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।